ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅੱਜ ਸੰਗਰੂਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਸਾਡੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਸਰਦਾਰ RS ਬਾਵਾ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਆਖਿਰਕਾਰ ਪ੍ਰੈਸ ਕਾਨਫਰੰਸ ਕਰਨ ਦਾ ਕੀ ਮਕਸਦ ਸੀ। ਬਾਬਾ ਜੀ ਅੱਜ ਸੰਗਰੂਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ, ਕੀ ਕਾਰਨ ਸੀ ਵੀ ਜਿਹੜਾ ਸੰਗਰੂਰ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕੀਤੀ ਹੈ? ਜੀ ਅਸੀਂ ਜੀ ਸੰਗਰੂਰ 'ਚ ਆਏ ਹਾਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਪ੍ਰੈਸ ਕਾਨਫਰੰਸ ਕਰਨ। ਇਹਦਾ ਮਕਸਦ ਇੱਕ ਤਾਂ ਇਹ ਹੈ ਜੀ ਕਿ ਚੰਡੀਗੜ੍ਹ ਯੂਨੀਵਰਸਿਟੀ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣੀ ਤਾਂ ਜੋ ਉਹ ਸਾਡੇ ਜਿਹੜੀਆਂ ਅਸੀਂ ਸਹੂਲਤਾਂ ਕ੍ਰੀਏਟ ਕੀਤੀਆਂ ਉਹਦਾ ਲਾਭ ਉਠਾ ਸਕਣ। ਬਹੁਤੀ ਵਾਰੀ ਬੱਚੇ ਜਿਹੜੇ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਕਿਉਂਕਿ ਅਸੀਂ ਸਕਾਲਰਸ਼ਿਪ ਵੀ ਦਿੰਦੇ ਹਾਂ, ਉਹਦੇ ਬਾਰੇ ਵੀ ਜਾਣਕਾਰੀ ਨਹੀਂ ਹੁੰਦੀ। ਸਾਡੇ ਕੋਲ ਕਿਹੜੇ ਕੋਰਸ ਆ ਉਹਦੀ ਜਾਣਕਾਰੀ ਨਹੀਂ ਹੁੰਦੀ, ਸਹੂਲਤਾਂ ਕੀ ਨੇ ਉਹਦੀ ਜਾਣਕਾਰੀ ਨਹੀਂ ਹੁੰਦੀ। ਤਾਂ ਉਹ ਬੱਚੇ ਜਿਹੜਾ ਉਹਨਾਂ ਦੇ ਨਜ਼ਦੀਕ ਕਾਲਜ ਹੁੰਦਾ ਜਾਂ ਯੂਨੀਵਰਸਿਟੀ ਹੁੰਦੀ ਹੈ ਉੱਥੇ ਜਿਹੜਾ ਕੋਰਸ ਹੁੰਦਾ ਉਹੀ ਕਰ ਲੈਂਦੇ ਆ। ਜੇ ਉਹਦਾ ਨਤੀਜਾ ਇਹ ਹੁੰਦਾ ਹੈ ਕਿ ਦੇਸ਼ ਨੂੰ ਵੀ ਨੁਕਸਾਨ ਹੈ ਕਿਉਂਕਿ ਪੋਟੈਂਸ਼ੀਅਲ ਜਿਹੜੀ ਉਹਦੇ ਬੱਚਿਆਂ ਦੀ ਹੈ। ਹੋਣਹਾਰ ਬੱਚੇ ਜਿਹੜੇ ਨੇ ਉਹ ਆਮ ਜਿਹਾ ਕੋਰਸ ਕਰਕੇ BA ਕਰਕੇ ਜਾਂ BCom ਕਰਕੇ ਘਰ ਬਹਿ ਜਾਂਦੇ ਆ। ਤੋ ਅਸੀਂ ਅੱਜ ਦੱਸਣ ਆਏ ਸੀਗੇ ਕਿ ਚੰਡੀਗੜ੍ਹ ਯੂਨੀਵਰਸਿਟੀ CU ਸੈਟ ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ ਇੱਕ ਟੈਸਟ ਕਰਾਉਂਦੀ ਹੈ ਜਿਹਦੇ ਜ਼ਰੀਏ ਕਿ ਅਸੀਂ 100% ਸਕਾਲਰਸ਼ਿਪ ਦਿੰਦੇ ਹਾਂ ਵਿਦਿਆਰਥੀਆਂ ਨੂੰ। ਇਸ ਜਿਹੜਾ ਟੈਸਟ ਹੈਗਾ ਜੀ ਇਹ ਬੱਚੇ ਸਾਡੀ ਵੈਬਸਾਈਟ ਤੇ ਜਾ ਕੇ cuchd.in ਤੇ ਰਜਿਸਟਰ ਕਰ ਸਕਦੇ ਆ। ਉਹਦੀ ਕੇਵਲ ਅਸੀਂ ਥੋੜ੍ਹੀ ਜਿਹੀ ਨੋਮੀਨਲ ਫੀਸ ਰੱਖੀ ਹੈ 500 ਰੁਪਏ। ਉਹਦੇ ਬਦਲੇ 'ਚ ਅਸੀਂ ਉਹਨਾਂ ਨੂੰ ਫ੍ਰੀ ਪ੍ਰੋਸਪੈਕਟਸ ਦੇ ਦਿੰਦੇ ਹਾਂ, ਉਹ ਕੰਪੈਂਸੇਟ ਹੋ ਜਾਂਦੀ ਹੈ। ਤੋ ਇਹ ਟੈਸਟ ਜਿਹੜਾ ਜੀ ਹੁਣ ਤੋਂ ਲੈ ਕੇ ਮਈ ਤੱਕ ਚਾਲੂ ਰਹੇਗਾ ਔਰ ਇਸ ਟੈਸਟ ਦੀ ਜਿਹੜਾ ਕੋਈ ਵੀ ਬੱਚਾ ਆਪਣੀ ਮਰਜ਼ੀ ਦਾ ਦਿਨ ਚੁਣ ਸਕਦਾ। ਇਸ ਤੋਂ ਇਲਾਵਾ ਇਹ ਟੈਸਟ 200 ਕੇਂਦਰਾਂ ਵਿੱਚ ਪੂਰੇ ਭਾਰਤ ਵਿੱਚ ਲਿਆ ਜਾਏਗਾ। ਤੋ ਵਿਦਿਆਰਥੀ ਜਿਹੜਾ ਆਪਣੀ ਮਰਜ਼ੀ ਦਾ ਕੇਂਦਰ ਚੁਣ ਸਕਦਾ, ਫਿਰ ਆਪਣੀ ਮਰਜ਼ੀ ਦਾ ਸਮਾਂ ਵੀ ਚੁਣ ਸਕਦਾ, ਮਾਰਨਿੰਗ ਜਾਂ ਈਵਨਿੰਗ। ਸਭ ਤੋਂ ਵੱਡੀ ਗੱਲ ਕਿ ਉਹ ਜਿਹੜੇ ਵਿਸ਼ੇ ਦੇ ਵਿੱਚ ਉਹਨੇ +2 ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਉਹ ਉਸ ਵਿਸ਼ੇ ਦੇ ਵਿੱਚ ਹੀ ਟੈਸਟ ਦੇ ਸਕਦਾ। ਅਤੇ ਸ਼ਰਤ ਇਹ ਹੈ ਕਿ ਅਗਰ ਉਹ 90% ਜਾਂ ਉਦੋਂ ਵਧੇਰੇ ਨੰਬਰ ਪ੍ਰਾਪਤ ਕਰੇਗਾ ਤੇ ਉਹਨੂੰ 100% ਦੀ ਸਕਾਲਰਸ਼ਿਪ ਦਿੱਤਾ ਜਾਏਗਾ। ਮੈਂ ਵੀ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਸਕਾਲਰਸ਼ਿਪ ਹੈਗਾ ਇਹ ਪੂਰੀ ਅਵਧੀ ਲਈ ਹੋਏਗਾ। ਆਮ ਯੂਨੀਵਰਸਿਟੀਆਂ ਜਿਹੜੀਆਂ ਉਹ ਜਿਹੜੇ ਸਕਾਲਰਸ਼ਿਪ ਦਿੰਦੀਆਂ ਉਹ ਇੱਕ ਸਮੈਸਟਰ ਲਈ ਜਾਂ ਇੱਕ ਸਾਲ ਲਈ ਹੁੰਦਾ। ਅਸੀਂ ਇਹ ਜਿਹੜਾ ਸਕਾਲਰਸ਼ਿਪ ਦਿੰਦੇ ਹਾਂ ਇਹ ਪੂਰੇ ਦੇ ਪੂਰੇ ਅਵਧੀ ਲਈ ਹੋਏਗਾ, ਵਿਚ ਮੀਨਸ ਕਿ ਅਗਰ 4 ਸਾਲ ਦਾ ਕੋਰਸ ਹੈ ਇੰਜੀਨੀਅਰਿੰਗ ਤਾਂ 4 ਸਾਲ ਲਈ ਸਕਾਲਰਸ਼ਿਪ ਹੈ, 3 ਸਾਲ ਲਈ MBA ਤਾਂ 2 ਸਾਲ ਲਈ। ਕੇਵਲ ਬੱਚੇ ਨੂੰ 7.5 ਗ੍ਰੇਡ ਪੁਆਇੰਟ ਮੇਨਟੇਨ ਕਰਨੀ ਪਏਗੀ। ਇਹਦੇ ਨਾਲ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਵਿਦਿਆਰਥੀਆਂ ਨੂੰ ਕਿ ਚੰਡੀਗੜ੍ਹ ਯੂਨੀਵਰਸਿਟੀ 'ਚ ਪੜ੍ਹਨ ਦਾ ਕੇਵਲ ਇਹ ਨਹੀਂ ਹੈ ਕਿ ਉਹਨੂੰ ਸਕਾਲਰਸ਼ਿਪ ਮਿਲੇਗਾ 100% ਦੀ, ਜਿਹੜਾ ਕਿ ਅਸੀਂ ਟੋਟਲ 33 ਕਰੋੜ ਰੁਪਏ ਦੇ ਸਕਾਲਰਸ਼ਿਪ ਹਰ ਸਾਲ ਦਿੰਦੇ ਹਾਂ। ਇਹਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਹੈ ਇਹ ਯੂਨੀਵਰਸਿਟੀ ਵਿਦ ਬੈਸਟ ਪਲੇਸਮੈਂਟਸ ਗਿਣੀ ਗਈ ਹੈ। ਪਿਛਲੇ ਸਾਲ 691 ਕੰਪਨੀਆਂ ਚੰਡੀਗੜ੍ਹ ਯੂਨੀਵਰਸਿਟੀ 'ਚ ਆਈਆਂ। ਸੋ ਅਸੀਂ ਕੇਵਲ ਡਿਗਰੀ ਨਹੀਂ ਦੇਣੀ, ਡਿਗਰੀ ਦੇ ਨਾਲ ਨੌਕਰੀ ਦੇ ਕੇ ਭੇਜਣਾ। 691 ਕੰਪਨੀਆਂ ਆਈਆਂ ਜਿਹੜਾ ਕਿ ਭਾਰਤ ਦਾ ਰਿਕਾਰਡ ਹੈ, ਲਿਮਕਾ ਬੁੱਕ ਆਫ ਰਿਕਾਰਡ ਦਰਜ ਹੈ। ਇਸ ਤੋਂ ਇਲਾਵਾ 6600 ਤੋਂ ਵਧੇਰੇ 617 ਨੌਕਰੀਆਂ ਮਿਲੀਆਂ ਬੱਚਿਆਂ ਨੂੰ ਔਰ 35 ਲੱਖ ਦਾ ਪੈਕੇਜ ਹਾਈਐਸਟ ਮਿਲਿਆ। ਤੋ ਇਹਦਾ ਲਾਭ ਬੱਚੇ ਉਠਾ ਸਕਦੇ ਆ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੇ ਵਿਦਿਆਰਥੀ ਇੰਟਰਸਟਿਡ ਹੁੰਦੇ ਆ, ਇੰਟਰਸਟਿਡ ਦਾ ਮਤਲਬ ਹੈ ਕਿ ਅਸੀਂ ਦੂਜੇ ਸਾਲ ਤੋਂ ਬਾਅਦ ਬੱਚਿਆਂ ਨੂੰ ਪੁੱਛਦੇ ਹਾਂ ਵੀ ਤੂੰ ਕੀ ਕਰਨਾ। ਜਿਹੜੇ ਨੌਕਰੀ ਲੈਣਾ ਚਾਹੁੰਦੇ ਆ ਔਰ ਜਿਹੜੇ ਐਲੀਜੀਬਲ ਹੁੰਦੇ ਆ ਸਾਰਿਆਂ ਨੂੰ ਨੌਕਰੀ ਮਿਲਦੀ ਹੈ ਚੰਡੀਗੜ੍ਹ ਯੂਨੀਵਰਸਿਟੀ 'ਚ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ 900 ਤੋਂ ਵੱਧ ਪੇਟੈਂਟ ਫਾਈਲ ਕੀਤੇ ਆ। ਇਸ ਹਿਸਾਬ 'ਚ ਵੀ ਅਸੀਂ ਨੰਬਰ 1 ਤੇ ਹਾਂ ਸਾਰੇ ਦੇਸ਼ ਵਿੱਚ। ਔਰ ਇਹ ਜਿਹੜੇ 900 ਪੇਟੈਂਟ ਹੈ ਇਹਦਾ ਮਤਲਬ ਇਹ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਪਹਿਲੇ ਸਾਲ ਤੋਂ ਹੀ ਰਿਸਰਚ ਖੋਜ ਵਾਲੇ ਪਾਸੇ ਲਾ ਦਿੰਦੇ ਆ। ਜਿਨ੍ਹਾਂ 'ਚ ਹੁਨਰ ਹੁੰਦਾ ਹੈ, ਜਿਨ੍ਹਾਂ ਦੇ ਵਿੱਚ ਟੈਲੈਂਟ ਹੁੰਦਾ ਉਹ ਇਹ ਕੰਮ ਕਰਦੇ ਆ। ਚੰਡੀਗੜ੍ਹ ਯੂਨੀਵਰਸਿਟੀ ਦਾ 308 ਯੂਨੀਵਰਸਿਟੀਆਂ ਨਾਲ ਫੋਰਨ ਦੀਆਂ ਨਾਲ ਟਾਈ ਅਪ ਹੈ। ਸੋ ਵਿਦਿਆਰਥੀਆਂ ਨੂੰ ਇੱਕ ਸਮੈਸਟਰ ਲਈ ਜਾਂ 2 ਸਾਲ ਲਈ ਬਾਹਰ ਭੇਜਣ ਦਾ ਵੀ ਚੰਡੀਗੜ੍ਹ ਯੂਨੀਵਰਸਿਟੀ ਮੌਕਾ ਦਿੰਦੀ ਹੈ। ਜਦ ਕਿ ਉਹ ਜਿੱਦਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਯੂਨੀਵਰਸਿਟੀ ਆਫ ਕੈਨਬਰਾ ਹੈ, ਕਰਟਨ ਯੂਨੀਵਰਸਿਟੀ ਹੈ, ਯੂਨੀਵਰਸਿਟੀ ਆਫ ਵੋਲਗੰਗ ਯੂਨੀਵਰਸਿਟੀ ਹੈ। ਉੱਥੇ 2 ਸਾਲ ਪੜ੍ਹ ਕੇ ਉੱਥੋਂ ਦੀ ਡਿਗਰੀ ਪ੍ਰਾਪਤ ਕਰ ਸਕਦੇ ਆ। ਇਸੇ ਤਰ੍ਹਾਂ ਕੈਨੇਡਾ ਦੀ ਗੱਲ ਕਰੀਏ ਤਾਂ ਓਕਰਾਗਨ ਕਾਲਜ ਹੈ, ਯੂਨੀਵਰਸਿਟੀ ਆਫ ਵੈਨਕੂਵਰ ਆਈਲੈਂਡ ਹੈ। ਤਾਂ ਉੱਥੇ ਜਾ ਕੇ 2 ਸਾਲ ਸਾਡੇ ਕੋਲੇ ਪੜ੍ਹਨਾ ਹੈ, 2 ਸਾਲ ਉੱਥੇ ਪੜ੍ਹਨਾ ਹੈ, ਉੱਥੋਂ ਦੀ ਡਿਗਰੀ ਮਿਲਣੀ ਹੈ ਅਤੇ ਫਿਰ ਉੱਥੇ 2 ਸਾਲ ਉਹਨੂੰ ਨੌਕਰੀ ਵੀ ਲੱਭ ਸਕਦੇ ਆ। ਇਸ ਤਰ੍ਹਾਂ ਯੂਨੀਵਰਸਿਟੀ ਆਫ ਨਾਰਥ ਐਲਬਾਮਾ USA 'ਚ ਹੈ, ਕ੍ਰਾਈਸਟ ਬ੍ਰਦਰ ਯੂਨੀਵਰਸਿਟੀ ਹੈ, ਉਹਨਾਂ ਦੇ ਵਿੱਚ ਜਾ ਸਕਦੇ ਆ ਉਹ। ਤੋ ਮੇਰੇ ਕਹਿਣ ਤੋਂ ਮਤਲਬ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਇਸ ਮਾਮਲੇ 'ਚ ਵੀ 308 ਫੋਰਨ ਟਾਈ ਅਪਸ ਔਰ ਇਹ ਸਾਰੀਆਂ ਸਹੂਲਤਾਂ ਦੇ 'ਚ ਵੀ ਭਾਰਤ ਦੀ ਵਿਲੱਖਣ ਯੂਨੀਵਰਸਿਟੀ ਹੈ, ਨੰਬਰ 1 ਯੂਨੀਵਰਸਿਟੀ ਹੈ। ਇਸ ਤੋਂ ਇਲਾਵਾ ਖੇਡਾਂ ਦੇ ਖੇਤਰ ਵਿੱਚ ਅਸੀਂ ਹੁਣੇ ਅੱਜ ਜ਼ਿਕਰ ਕੀਤਾ ਸੀਗਾ ਕਿ ਸਾਡੇ ਬੱਚਿਆਂ ਨੇ 118 ਮੈਡਲ ਜਿੱਤੇ ਆ ਪੂਰੇ ਵਿੱਚ, ਜਿਹਦੇ 23 ਅੰਤਰਰਾਸ਼ਟਰੀ ਮੈਡਲ ਜਿੱਤੇ ਆ। ਇਸ ਤਰ੍ਹਾਂ ਅਗਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਦੀ ਗੱਲ ਕਰੀਏ ਤਾਂ ਵੀ ਆਰ ਨੰਬਰ 1। ਅਸੀਂ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਯੂਨੀਵਰਸਿਟੀ ਬਣੇ ਆ ਜਿਹੜੀ ਕਿ ਵਿਨਰ ਬਣੀ ਹੈ। 2 ਸਾਲ ਤੋਂ ਨਾਰਥ ਜ਼ੋਨ ਚੈਂਪੀਅਨ ਆ। ਮੈਂ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਬੱਚਿਆਂ ਨੂੰ ਦੱਸਣ ਲੱਗਿਆ ਉਹ ਇਹ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ A+ ਐਕ੍ਰੈਡਿਟਡ ਯੂਨੀਵਰਸਿਟੀ ਹੈ। ਪੂਰੇ ਭਾਰਤ ਵਿੱਚ 1079 ਯੂਨੀਵਰਸਿਟੀਆਂ 'ਚੋਂ ਕੇਵਲ 24 ਯੂਨੀਵਰਸਿਟੀਆਂ ਜਿਹੜੀਆਂ ਕਿ A+ ਐਕ੍ਰੈਡਿਟਡ ਹੈ ਸਰਕਾਰੀ ਮਿਲਾ ਕੇ, ਔਰ ਪ੍ਰਾਈਵੇਟ ਦੀ ਗੱਲ ਕਰੀਏ ਤਾਂ ਕੇਵਲ 4 ਹੀ ਹੈ 361 ਵਿੱਚੋਂ। ਮੈਂ ਵੀ ਦੱਸਣਾ ਚਾਹੁੰਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਬਣੀ ਹੈ ਜਿਹੜੀ ਕਿ A+ ਐਕ੍ਰੈਡਿਟਡ ਹੈ। तो A+ एक्रेडिट का मतलब की है, कई बार बच्चे पूछते हैं जी A+ एक्रेडिट का की मतलब है। मतलब यह है कि जी एक्रेडिटेशन सब लाजमी है,
ਸਰਕਾਰ ਨੇ ਕੀਤੀ ਹੋਈ ਹੈ, UGC ਨੇ ਲਾਜ਼ਮੀ ਕਰ ਦੇਣੀ ਹੈ। ਤੋ ਜਿਹੜੇ ਵਿਦਿਆਰਥੀ ਕਿਸੇ ਟੈਸਟ ਦਿੰਦਾ ਕੋਈ, ਜੋ ਟੈਸਟ ਦਿੰਦਾ ਆਪਾਂ ਨੂੰ ਗ੍ਰੇਡ ਮਿਲਦਾ, ਨੰਬਰ ਮਿਲਦੇ ਆ, ਜਿਹੜਾ ਟੈਸਟ ਨਹੀਂ ਦਿੱਤਾ ਉਹਨੂੰ ਗ੍ਰੇਡ ਨਹੀਂ ਮਿਲੂਗਾ। ਇਹ ਜਿਸ ਤਰ੍ਹਾਂ ਆਪਾਂ ਕਿਸੇ ਦੀ ਡਿਗਰੀ ਪੁੱਛਦੇ ਹਾਂ ਵੀ ਤੇਰੇ ਕੋਲ ਕੀ ਡਿਗਰੀ ਹੈ, ਉਸੇ ਤਰ੍ਹਾਂ ਯੂਨੀਵਰਸਿਟੀ ਦੀ ਡਿਗਰੀ ਹੈ ਇਹ। ਔਰ ਇਹ ਜਿਹੜੀ A+ ਐਕ੍ਰੈਡੀਟੇਸ਼ਨ ਹੈ ਪੂਰੇ ਵਿਸ਼ਵ ਵਿੱਚ ਇਹਦੀ ਮਾਨਤਾ ਹੈ। ਤੋ ਜਿਹੜਾ ਵਿਦਿਆਰਥੀ ਸਾਡੇ ਤੋਂ ਡਿਗਰੀ ਲੈਂਦਾ ਹੈ ਅਸੀਂ ਉਹਦੇ ਸਰਟੀਫਿਕੇਟ ਤੇ ਲਿਖਾਂਗੇ ਵੀ A+ ਐਕ੍ਰੈਡੀਟਡ ਯੂਨੀਵਰਸਿਟੀ ਤੋਂ ਪੜ੍ਹਿਆ। ਤੋ ਇਹ ਵਿਦਿਆਰਥੀਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਡਿਫਰੈਂਸ ਇਹੀ ਹੋਊਗਾ ਕਿ ਜਿਹੜਾ B ਯੂਨੀਵਰਸਿਟੀ ਚੋਂ ਪੜ੍ਹਦਾ, B ਗ੍ਰੇਡ ਯੂਨੀਵਰਸਿਟੀ ਚੋਂ ਪੜ੍ਹੂਗਾ, ਉਹਦੇ ਸਰਟੀਫਿਕੇਟ ਦੀ ਕੀ ਕੀਮਤ ਹੈ, ਤੇ ਜਿਹੜਾ A+ ਚੋਂ ਪੜ੍ਹੂਗਾ ਉਹਦੀ ਕੀ ਕੀਮਤ ਹੈ। ਬਾਬਾ ਜੀ ਤੁਸੀਂ ਗੱਲ ਕੀਤੀ ਕਿ 2 ਸਾਲ ਤੁਹਾਡੇ ਕੋਲੇ ਬੱਚਾ ਪੜ੍ਹ ਸਕਦਾ ਤੇ 2 ਸਾਲ ਜਿਹੜਾ ਅਬਰੋਡ ਦੇ ਵਿੱਚ, ਚਾਹੇ ਉਹ ਆਸਟ੍ਰੇਲੀਆ ਜਾਂ ਕੈਨੇਡਾ ਦੇ, ਜਿਹੜੇ ਉਹ 2 ਸਾਲ ਦੀ ਜਿਹੜੀ ਫੀਸ ਹੋਊਗੀ ਉਹ ਕੌਣ ਪੇ ਕਰੇਗਾ? ਤੇ ਜਿਹੜੀ ਤੁਸੀਂ ਸਕਾਲਰਸ਼ਿਪ ਦੀ ਗੱਲ ਕਰਦੇ ਹੋ ਕਿ ਉਹ ਸਕਾਲਰਸ਼ਿਪ 2 ਸਾਲ ਜਿਹੜੇ ਐਂਡ ਵਾਲੇ ਹੋਣਗੇ ਉਹਦੇ ਜੀ ਯੂਨੀਵਰਸਿਟੀ ਦੇਗੀ ਜਾਂ ਨਹੀਂ? ਮੈਂ ਦੱਸਦਾ ਕਿ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਹੈਗੀਆਂ। ਜਿੱਥੇ ਤੱਕ ਚੰਡੀਗੜ੍ਹ ਯੂਨੀਵਰਸਿਟੀ ਦਾ ਤਲਕ ਹੈ ਤਾਂ 2 ਸਾਲ ਜੋ ਸਾਡੇ ਕੋਲ ਪੜ੍ਹੇਗਾ ਤਾਂ ਉਹ ਸਾਡੀ ਫੀਸ ਦੇਗਾ। ਜਦੋਂ ਉਹਨੇ ਫੋਰਨ ਯੂਨੀਵਰਸਿਟੀ 'ਚ ਪੜ੍ਹਨਾ ਹੈ ਤਾਂ ਉੱਥੋਂ ਦੀ ਫੀਸ ਦੇਣੀ ਹੈ। ਪਰੰਤੂ ਜਿਹੜਾ ਬੱਚਾ ਇੱਕ ਸਮੈਸਟਰ ਲਈ ਜਾਏਗਾ ਜਾਂ ਉਹਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਫ੍ਰੀਸ਼ਿਪਸ ਹੈਗੀਆਂ। ਜਿਹੜੀ ਇਹ 2 ਸਾਲ ਉੱਥੇ ਪੜ੍ਹਨ ਦਾ ਸਕਾਲਰਸ਼ਿਪ ਹੈ ਇਹ ਉਹਦੀ ਕਾਰਗੁਜ਼ਾਰੀ 'ਤੇ ਡਿਪੈਂਡ ਕਰੇਗਾ। ਇਹਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਕੰਟਰੀਬਿਊਟ ਨਹੀਂ ਕਰੇਗੀ, ਇਹ ਬੱਚੇ ਨੇ ਆਪ ਕਰਨਾ ਹੈ, ਜਾਂ ਉਹਦੀ ਪੜ੍ਹਾਈ ਜਾਂ ਉਹਦੀ ਜਿਹੜੀ ਪਰਫਾਰਮੈਂਸ ਹੈ ਉਹਦੇ ਬੇਸ 'ਤੇ ਉਹਨੂੰ ਸਕਾਲਰਸ਼ਿਪ ਮਿਲ ਸਕਦਾ। ਪਰੰਤੂ ਜਿਹੜਾ ਅਗਰ ਇੱਕ ਸਮੈਸਟਰ ਲਈ ਕਿਸੇ ਬੱਚੇ ਨੇ ਜਾਣਾ ਤਾਂ ਸਾਡੇ ਕੋਲ 100 ਤੋਂ ਵਧੇਰੇ ਫ੍ਰੀਸ਼ਿਪਸ ਹੈਗੀਆਂ। 100 ਯੂਨੀਵਰਸਿਟੀਆਂ ਨਾਲ ਸਾਡੀ ਫ੍ਰੀਸ਼ਿਪ ਹੈ ਜਿੱਥੇ ਕਿ ਬੱਚਾ ਜਾ ਸਕਦਾ ਔਰ ਉਦੋਂ ਸਮੈਸਟਰ ਦੀ ਕੋਈ ਫੀਸ ਨਹੀਂ ਦੇਣੀ ਪੈਣੀ। ਪਰੰਤੂ ਅਗਰ 2 ਸਾਲ ਲਈ ਜਦੋਂ 2+2 ਜਾਣਾ ਹੈ ਤਾਂ ਉਹਦੇ ਵਿੱਚ ਉਹਨੂੰ ਸਕਾਲਰਸ਼ਿਪ ਵਿਨ ਕਰਨਾ ਪਏਗਾ, ਉਹਦੇ ਵਿੱਚ ਐਸ ਸੱਚ ਫੀਸ ਮਾਫ ਨਹੀਂ ਹੁੰਦੀ। ਜਿਹੜੀ ਤੁਸੀਂ ਸਕਾਲਰਸ਼ਿਪ ਦੀ ਗੱਲ ਕੀਤੀ ਹੈ ਕਿ ਜਿਹੜਾ ਐਂਟਰੈਂਸ ਟੈਸਟ ਕਲੀਅਰ ਕਰੂਗਾ ਸਿਰਫ ਸਕਾਲਰਸ਼ਿਪ ਉਸੇ ਨੂੰ ਮਿਲਣੀ ਹੈ ਜਾਂ ਕੋਈ ਅਲੱਗ-ਅਲੱਗ ਤੁਸੀਂ ਕੈਟਾਗਰੀਆਂ ਵਿੱਚ ਚੂਜ਼ ਕੀਤੀਆਂ ਗਈਆਂ ਨੇ ਕਿ ਇਹਨਾਂ ਨੂੰ ਵੀ ਅਸੀਂ ਜਿਹੜੀ ਸਕਾਲਰਸ਼ਿਪ ਹੈ ਉਹ ਦੇਣੀ ਹੈ? ਜੀ, ਜਿਹੜਾ ਐਂਟਰੈਂਸ ਟੈਸਟ ਹੈ ਜੀ ਉਹਦੇ ਜ਼ਰੀਏ ਤਾਂ 100% ਦੀ ਸਕਾਲਰਸ਼ਿਪ ਲੈ ਸਕਦਾ ਹੈ। ਕਿਸੇ ਹੋਰ ਤਰੀਕੇ ਨਾਲ 100% ਦੀ ਸਕਾਲਰਸ਼ਿਪ ਨਹੀਂ ਮਿਲਣਾ। ਅਦਰਵਾਈਜ਼ ਇਹ ਹੈ ਕਿ ਜਿਹਦੇ 90% ਤੋਂ ਵਧੇਰੇ ਨੰਬਰ ਹੋਣਗੇ ਕੁਆਲੀਫਾਈਂਗ ਐਗਜ਼ਾਮ 'ਚ, ਜਿੱਦਾਂ +2 'ਚ, ਉਹਨੂੰ 50% ਦੀ ਸਕਾਲਰਸ਼ਿਪ ਮਿਲੂਗਾ। ਜਿਹੜੇ ਫੌਜੀ ਭਾਈ ਹੈ ਉਹਨਾਂ ਦੇ ਬੱਚਿਆਂ ਨੂੰ 10% ਦੀ ਸਕਾਲਰਸ਼ਿਪ ਮਿਲੂਗਾ, ਟੀਚਰਸ ਦੇ ਬੱਚਿਆਂ ਨੂੰ 10% ਦੀ ਸਕਾਲਰਸ਼ਿਪ ਮਿਲੂਗਾ, ਮੀਡੀਆ ਦੇ ਬੰਦਿਆਂ ਦੇ ਬੱਚਿਆਂ ਨੂੰ 10% ਦੀ ਸਕਾਲਰਸ਼ਿਪ ਮਿਲੂਗਾ। ਤੋ ਉਹ ਬਾਕੀ ਜਿਹੜਾ ਸਕਾਲਰਸ਼ਿਪ ਹੈ ਉਹ ਡਿਪੈਂਡਿੰਗ ਔਨ ਕਿ ਕਿਹੜੀ ਕੈਟੇਗਰੀ 'ਚੋਂ, ਜਿਸ ਤਰ੍ਹਾਂ ਸਿੰਗਲ ਗਰਲ ਚਾਈਲਡ ਆ ਉਹਨੂੰ ਵੀ 10% ਦੀ ਸਕਾਲਰਸ਼ਿਪ ਮਿਲੂਗਾ, ਅਗਰ ਗਰਲ ਸਿਬਲਿੰਗਸ ਹੈ ਦੋਨਾਂ ਨੂੰ ਮਿਲੂਗਾ। ਪਰੰਤੂ 100% ਸਕਾਲਰਸ਼ਿਪ ਜਿਹੜਾ ਉਹ CU ਸੈਟ ਦੇ ਜ਼ਰੀਏ ਮਿਲੂਗਾ, ਉਹਨੂੰ ਅਪੀਅਰ ਹੋਣਾ ਚਾਹੀਦਾ। ਇਸ ਕਰਕੇ ਵੀ ਕਿ ਅਸੀਂ +2 ਦੇ ਨੰਬਰ ਨਹੀਂ ਦੇਖਣੇ ਜਦੋਂ ਸਕਾਲਰਸ਼ਿਪ ਅਸੀਂ ਦੇਣਾ ਹੈ। ਤੋ ਇਸ ਕਰਕੇ ਮੇਰੀ ਸਾਰੇ ਬੱਚਿਆਂ ਨੂੰ, ਉਹਨਾਂ ਦੇ ਮਾਤਾ ਪਿਤਾ ਨੂੰ ਅਪੀਲ ਹੈ ਕਿ ਬੱਚੇ ਨੂੰ CU ਸੈਟ ਵਿੱਚ ਜ਼ਰੂਰ ਅਪੀਅਰ ਕਰਾਉਣ ਔਰ ਕੋਸ਼ਿਸ਼ ਕਰਨ ਕਿ ਉਹ 100% ਦੀ ਸਕਾਲਰਸ਼ਿਪ ਲੈਣ ਔਰ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਸਾਰੀਆਂ ਸਹੂਲਤਾਂ ਦਾ ਫਾਇਦਾ ਉਠਾਉਣ। ਬੱਚੇ ਦਾ ਫਿਊਚਰ ਬਣੇਗਾ, ਜੋ ਵੀ ਉਹ ਕਰਨਾ ਚਾਹੁੰਦਾ ਹੈ ਹਰ ਤਰੀਕੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਉਹਨੂੰ ਸਹੂਲਤ ਮਿਲਦੀ ਹੈ। ਅਕਸਰ ਦੇਖਣ ਨੂੰ ਆਉਂਦਾ ਕਿ ਜਦੋਂ ਵੀ ਐਡਮਿਸ਼ਨ ਲੈਣੀ ਹੁੰਦੀ ਹੈ ਉਦੋਂ ਕਾਲਜਾਂ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਦਾਅਵਾ ਕੀਤਾ ਜਾਂਦਾ ਹੁੰਦਾ ਇਸ ਚੀਜ਼ ਦਾ ਵੀ ਸਕਾਲਰਸ਼ਿਪ ਦੇਣੀ ਹੈ। ਹੁਣ ਤੱਕ ਜੇਕਰ ਗੱਲ ਕੀਤੀ ਜਾਵੇ ਕਿੰਨੇ ਬੱਚਿਆਂ ਤੋਂ ਕਿੰਨੀ ਤੁਸੀਂ ਸਕਾਲਰਸ਼ਿਪ ਹੈ ਦੇ ਚੁੱਕੇ ਹੋ? ਮੈਨੂੰ ਰਫਲੀ ਯਾਦ ਹੋਏਗਾ ਕਿ ਹੁਣ ਤੱਕ ਅਗਰ ਮੈਂ ਜਦੋਂ ਦੀ ਯੂਨੀਵਰਸਿਟੀ ਬਣੀ ਹੈ ਪਿਛਲੇ 8 ਸਾਲਾਂ ਦੇ ਵਿੱਚ ਲਗਭਗ ਅਸੀਂ 68 ਕਰੋੜ ਰੁਪਏ ਦੇ ਸਕਾਲਰਸ਼ਿਪ ਜਿਹੜੇ ਆ ਦੇ ਚੁੱਕੇ ਆ। ਔਰ ਜੇ ਕੁੱਲ ਸਕਾਲਰਸ਼ਿਪ ਦੀ ਗੱਲ ਕਰਾਂ ਸਪੋਰਟਸ ਵਾਲੇ ਮਿਲਾ ਕੇ ਦੂਜੇ ਤੀਜੇ ਤਾਂ ਮੇਰੇ ਖਿਆਲ ਹੈ 18,000 ਵਿਦਿਆਰਥੀ ਸਕਾਲਰਸ਼ਿਪ ਦਾ ਲਾਭ ਉਠਾ ਚੁੱਕੇ ਆ। ਤੋ ਇਹ ਜਿਹੜੇ ਮੈਂ ਸਕਾਲਰਸ਼ਿਪ ਅਨਾਉਂਸ ਕੀਤੇ ਹੈ, ਮੈਂ ਇਹ ਯਕੀਨ ਦਿਵਾਉਣਾ ਚਾਹੁੰਦਾ ਇਹ ਅਸਲੀਅਤ ਦੇ ਵਿੱਚ ਇੰਨੇ ਸਕਾਲਰਸ਼ਿਪ ਅਸੀਂ ਦਿੰਨੇ ਆ। ਬੱਚਾ ਅਪੀਅਰ ਹੋਵੇ ਜਿਹੜੇ ਸਕਾਲਰਸ਼ਿਪ ਦੇ ਉੱਤੇ ਬੱਚੇ ਪੜ੍ਹਦੇ ਆ। ਔਰ ਮੈਂ ਵੀ ਕਹਿਣਾ ਕਿ ਮਾਤਾ ਪਿਤਾ ਨੂੰ ਕਿ ਬੱਚਿਆਂ ਨੂੰ ਵੀ ਕਿ ਪਹਿਲਾਂ ਯੂਨੀਵਰਸਿਟੀ ਆ ਕੇ ਵਿਜ਼ਿਟ ਕਰਨ। ਮੀਡੀਆ ਵਾਲਿਆਂ ਨੂੰ ਵੀ ਮੈਂ ਇਹ ਬੇਨਤੀ ਕਰੂੰਗਾ ਕਿ ਦਾਖਲਾ ਲੈਣ ਤੋਂ ਪਹਿਲਾਂ ਯੂਨੀਵਰਸਿਟੀ ਵਿਜ਼ਿਟ ਜ਼ਰੂਰ ਕਰੋ, ਆਪ ਆ ਕੇ ਸਾਰਾ ਕੁਝ ਦੇਖੋ ਫਿਰ ਫੈਸਲਾ ਕਰੋ। ਸਾਡੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਜਿਨ੍ਹਾਂ ਵੱਲੋਂ ਇੱਕ ਬੈਲਟ ਤਿਆਰ ਕੀਤੀ ਗਈ। ਕੀ ਬੈਲਟ ਹੈ, ਉਹ ਕਿਸ ਤਰ੍ਹਾਂ ਕੰਮ ਕਰਦੇ, ਉਹਨਾਂ ਨਾਲ ਗੱਲ ਕਰਦੇ ਹਾਂ। ਕੀ ਨਾਮ ਹੈ? ਸਰ ਮੇਰਾ ਨਾਮ ਜਗਤੇਜ ਸਿੰਘ ਹੈ ਤੇ ਮੈਂ ਸ਼੍ਰੀ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦਾ ਹਾਂ। ਜੀ ਜੋ ਤੁਸੀਂ ਇਹ ਬੈਲਟ ਤਿਆਰ ਕੀਤੀ ਹੈ, ਕੀ ਬੈਲਟ ਹੈ ਤੇ ਕਿਸ ਤਰ੍ਹਾਂ ਕੰਮ ਕਰੂਗੀ ਤੇ ਕਿਉਂ ਲੋੜ ਸਮਝੀ ਤੁਹਾਨੂੰ? ਸਰ ਬੇਸਿਕਲੀ ਇਹ ਸਮਾਰਟ ਵੀਅਰੇਬਲ ਬੈਲਟ ਹੈ ਜੋ ਕਿ ਬਣੀ ਹੈ ਵੂਮਨ ਸੇਫਟੀ ਦੇ ਲਈ। ਤੇ ਇਸ ਨੂੰ ਅਸੀਂ ਜੋ ਬਣਾਇਆ ਉਹ ਮੇਨ ਕਾਰਨ ਇਹ ਹੈ ਕਿ ਤਾਂ ਜੋ ਜਿੰਨੇ ਵੀ ਕੇਸਿਸ ਹੈਗੇ ਸੈਕਸ਼ੂਅਲ ਅਸੌਲਟ ਦੇ ਹੈ ਨਾ ਅਸੀਂ ਉਸ ਨੂੰ ਰੋਕ ਸਕੀਏ ਹੈ ਨਾ। ਇਹੋ ਜਿਹੇ ਕੇਸਿਸ ਜੋ ਮਿਸਹੈਪਸ ਹੁੰਦੇ ਹੈਗੇ ਹੈ ਨਾ ਉਸ ਨੂੰ ਠੱਲ ਪਾਈ ਜਾ ਸਕੇ। ਤੇ ਮੈਂ ਜਿਹੜੀ ਇਹ ਇਨੋਵੇਸ਼ਨ ਕੀਤੀ ਹੈਗੀ ਹੈ ਇਸ ਦਾ ਜਿਹੜਾ ਪੇਟੈਂਟ ਅਸੀਂ ਪਬਲਿਸ਼ਡ ਹੈ ਇਸ ਕੁਈਨ ਬੈਲਟ ਦਾ, ਤਾਂ ਉਸ ਦੇ ਉੱਤੇ ਇਸ ਦੇ ਵਿੱਚ ਜਦੋਂ ਅਸੀਂ ਮੇਜਰ ਪ੍ਰੋਬਲਮ ਦੇਖੀ ਹੈਗੀ ਉਹ ਇਹ ਆ ਰਹੀ ਸੀ ਵੂਮਨ ਗਰਲਸ ਨੂੰ ਕਿ ਉਹ ਇੱਕ ਨੋਰਮਲ ਚੀਜ਼ ਉਹਨਾਂ ਨੂੰ ਇਹ ਚਾਹੀਦੀ ਸੀ ਤਾਂ ਮਤਲਬ ਉਹਨਾਂ ਦੀ ਤਾਂ ਜੋ ਉਹਨਾਂ ਦੀ ਕੋਈ ਸੇਫਟੀ ਕਰ ਸਕੇ, ਰਾਈਟ। ਉਹਨਾਂ ਕੋਲ ਇਹੋ ਜਿਹੀ ਕੋਈ ਇਕਵਿਪਮੈਂਟ ਨਹੀਂ ਸੀ ਜਿਸ ਤਰ੍ਹਾਂ ਪੈਪਰ ਸਪਰੇ ਹੁੰਦੀ ਹੈ ਨਾ, ਉਹ ਉਨੀ ਇਫੈਕਟਿਵ ਨਹੀਂ ਹੈਗੀ ਕਿ ਸੋ ਅਸੀਂ ਇੱਕ ਨਾਰਮਲ ਵੀਅਰੇਬਲ ਬੈਲਟ ਨੂੰ ਅਸੀਂ ਉਸ ਨੂੰ ਹੀ ਮੋਡੀਫਾਈ ਕਰਕੇ ਇੱਕ ਸਮਾਰਟ ਵੀਅਰੇਬਲ ਬੈਲਟ ਬਣਾਈ ਹੈਗੀ ਤਾਂ ਜੋ ਉਹ ਆਟੋਮੈਟਿਕਲੀ ਡਿਟੈਕਟ ਕਰ ਸਕੇ ਕੋਈ ਵੀ ਇਸ ਤਰ੍ਹਾਂ ਦਾ ਮਿਸਹੈਪ ਤੇ ਉਹ ਇਮੀਡੀਏਟਲੀ ਇਨਫੋਰਮ ਕਰ ਸਕੇ ਪੁਲਿਸ ਤੇ ਤੁਹਾਡੇ ਫੈਮਿਲੀ ਮੈਂਬਰਸ ਨੂੰ ਤਾਂ ਜੋ ਉਹਨਾਂ ਨੂੰ ਹੈਲਪ ਪ੍ਰੋਵਾਈਡ ਕੀਤੀ ਜਾ ਸਕੇ ਇਨ ਮਿਨੀਮਮ ਪੋਸੀਬਲ ਟਾਈਮ। ਜੇਕਰ ਆਮ ਕਿਸੇ ਲੜਕੀ ਨੇ ਬੈਲਟ ਲੈਣੀ ਹੋਵੇ ਤਾਂ ਉਹਨੂੰ ਕਿੱਥੋਂ ਮਿਲ ਸਕਦੀ ਹੈ? ਕੀ ਮਾਰਕੀਟ ਦੇ ਵਿੱਚ ਲਿਆਂਦੀ ਗਈ ਜਾਂ ਕਿਸ ਤਰ੍ਹਾਂ?
ਨਹੀਂ ਸਰ, ਫਿਲਹਾਲ ਇਹ ਅਰਲੀ ਜਿਹੜੀ ਹੈਗੀ ਆ ਪ੍ਰੋਡਕਸ਼ਨ ਸਟੇਜ ਦੇ ਵਿੱਚ ਹੈਗੀ ਹੈ ਤੇ ਅਸੀਂ ਬਹੁਤ ਜਲਦੀ ਇਸ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਤਾਂ ਕਿ ਇਸ ਨੂੰ ਮਾਸ ਦੇ ਵਿੱਚ ਅਵੇਲੇਬਲ ਕੀਤਾ ਜਾ ਸਕੇ ਜੋ ਬੇਸਿਕਲੀ ਆਨਲਾਈਨ ਪਲੇਟਫਾਰਮਸ ਦੇ ਥਰੂ। ਇਸ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਤੇ ਉਹਨਾਂ ਵਿਦਿਆਰਥੀ ਜਿਨ੍ਹਾਂ ਨੇ ਆਪਣੀ ਪ੍ਰਾਪਤੀਆਂ ਬਾਰੇ ਦੱਸਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਜਿਹੜੀ ਸਕਾਲਰਸ਼ਿਪ ਹੈ ਉਹ ਵੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਐਡਮਿਸ਼ਨ ਲੈਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰਨ, ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਜੋ ਅਸੀਂ ਗੱਲਾਂ ਕਹਿ ਰਹੇ ਹਾਂ ਉਹ ਸਹੀ ਨੇ ਤਾਂ ਹੀ ਐਡਮਿਸ਼ਨ ਲੈਣ, ਨਹੀਂ ਨਾ ਐਡਮਿਸ਼ਨ ਲੈਣ। ਕੈਮਰਾਮੈਨ ਪ੍ਰਿੰਸ ਦੇ ਨਾਲ ਰਜੇਸ਼ ਕੋਹਲੀ, ਜਗਬਾਣੀ ਟੀਵੀ, ਸੰਗਰੂਰ।